So let us start with introduction. First of all, what is cold and what is hot? Hot objects and cold objects ਕੀ ਹੁੰਦੇ ਆ? ਹੁਣ ਆਪਾਂ ਦੇਖਦੇ ਹਾਂ ਕਿ ਕੁਝ ਆਬਜੈਕਟਸ ਜਿਹੜੇ ਹੁੰਦੇ ਉਹ ਹੌਟ ਹੁੰਦੇ ਆ ਐਂਡ ਕੁਝ ਜਿਹੜੇ ਹੁੰਦੇ ਕੋਲਡ ਹੁੰਦੇ। ਹੁਣ ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਕੋਈ ਆਬਜੈਕਟ ਹੌਟ ਹੈ ਜਾਂ ਕੋਲਡ ਹੈ? ਬਾਏ ਸੈਂਸ ਆਫ ਟੱਚ। ਕਿਸੇ ਚੀਜ਼ ਨੂੰ ਛੂ ਕੇ ਆਪਾਂ ਨੂੰ ਪਤਾ ਚੱਲਦਾ ਹੈ ਕਿ ਇਹ ਚੀਜ਼ ਗਰਮ ਹੈ ਜਾਂ ਇਹ ਚੀਜ਼ ਠੰਡੀ ਹੈ। ਓਕੇ, ਆਪਣੀ ਜਿਹੜੀ ਸਕਿਨ ਹੈ ਉਹ ਇੱਕ ਸੈਂਸ ਔਰਗਨ ਹੈ, ਠੀਕ ਹੈ, ਸੈਂਸ ਔਰਗਨਸ ਦੇ ਵਿੱਚ ਆਉਂਦੀ ਹੈ ਐਂਡ ਟੱਚ ਦੇ ਦੁਆਰਾ ਆਪਾਂ ਪਤਾ ਲੱਗਦਾ ਹੈ। ਫੋਰ ਐਗਜ਼ਾਮਪਲ ਟੀ ਹੈ, ਟੀ ਚਾਹ ਜਿਹੜੀ ਆ ਉਹ ਗਰਮ ਹੁੰਦੀ, ਚਾਹ ਦੇ ਕੱਪ ਨੂੰ ਹੱਥ ਲਗਾਵਾਂਗੇ ਆਪਾਂ ਨੂੰ ਇੱਕਦਮ ਪਤਾ ਲੱਗੇਗਾ ਹਾਂ ਗਰਮ ਹੈ। ਹੁਣ ਬਰਫ਼ ਠੰਡੀ ਹੁੰਦੀ, ਬਰਫ਼ ਨੂੰ ਹੱਥ ਲਗਾਵਾਂਗੇ ਆਪਾਂ ਨੂੰ ਕੋਲਡ ਦੀ ਸੈਂਸੇਸ਼ਨ ਆਊਗੀ। ਓਕੇ, ਨਾਓ ਨੈਕਸਟ ਮੇਜਰਿੰਗ ਟੈਂਪਰੇਚਰ। ਫਸਟ ਆਫ ਆਲ ਵਟ ਇਜ਼ ਟੈਂਪਰੇਚਰ? ਟੈਂਪਰੇਚਰ ਕੀ ਹੁੰਦਾ ਹੈ? ਇਟ ਇਜ਼ ਅ ਡਿਗਰੀ ਆਫ ਹੌਟਨੈਸ ਐਂਡ ਕੋਲਡਨੈਸ ਆਫ ਬੋਡੀ। ਕਿਸੇ ਵੀ ਵਸਤੂ ਨੂੰ ਉਹ ਗਰਮ ਹੈ ਜਾਂ ਠੰਡੀ ਹੈ, ਓਕੇ, ਉਸ ਦੇ ਮਾਪ ਨੂੰ ਆਪਾਂ ਟੈਂਪਰੇਚਰ ਕਿਹਾ ਜਾਂਦਾ ਹੈ। ਓਕੇ, ਹੁਣ ਟੈਂਪਰੇਚਰ ਨੂੰ ਆਪਾਂ ਦੋ ਤਰੀਕਿਆਂ ਨਾਲ ਮੇਜਰ ਕਰ ਸਕਦੇ ਹਾਂ, ਲਾਈਕ ਕਲੀਨਿਕਲ ਥਰਮੋਮੀਟਰ ਐਂਡ ਲੈਬੋਰਟਰੀ ਥਰਮੋਮੀਟਰ। ਹੁਣ ਕਲੀਨਿਕਲ ਥਰਮੋਮੀਟਰ ਕੀ ਹੁੰਦਾ? ਇਹ ਥਰਮੋਮੀਟਰ ਜਿਹੜਾ ਇਹ ਸਿਰਫ ਆਪਣੇ ਬੋਡੀ ਟੈਂਪਰੇਚਰ ਨੂੰ ਮੇਜਰ ਕਰਨ ਲਈ ਹੀ ਵਰਤਿਆ ਜਾਂਦਾ ਹੈ। ਫੋਰ ਐਗਜ਼ਾਮਪਲ ਨੋਰਮਲ ਟੈਂਪਰੇਚਰ ਕਿਸੇ ਹਿਊਮਨ ਬੋਡੀ ਦਾ ਕਿੰਨਾ ਹੁੰਦਾ ਹੈ? 37 ਡਿਗਰੀ, ਰਾਈਟ। ਐਂਡ ਲੈਬੋਰਟਰੀ ਥਰਮਾਮੀਟਰ ਜਿਹੜਾ ਹੈ ਉਹ ਆਪਣੀ ਬੋਡੀ ਤੋਂ ਇਲਾਵਾ ਬਾਕੀ ਆਬਜੈਕਟਸ ਦੇ ਟੈਂਪਰੇਚਰ ਨੂੰ ਮੇਜਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਓਕੇ, ਫੋਰ ਐਗਜ਼ਾਮਪਲ ਅਗਰ ਕੋਈ ਕੈਮੀਕਲ ਰਿਐਕਸ਼ਨ ਹੋ ਰਹੀ ਹੈ, ਆਪਾਂ ਉਸ ਦਾ ਟੈਂਪਰੇਚਰ ਪਤਾ ਕਰਨਾ ਚਾਹੁੰਦੇ ਤਾਂ ਉਹਦੇ ਲਈ ਲੈਬੋਰਟਰੀ ਥਰਮੋਮੀਟਰਸ ਹੁੰਦੇ ਆ। ਓਕੇ, ਐਂਡ ਆਪਣੇ ਬੋਡੀ ਟੈਂਪਰੇਚਰ ਦੇ ਲਈ ਜਿਹੜਾ ਮੇਜਰ ਕਰਨ ਲਈ ਜਿਹੜਾ ਕਲੀਨਿਕਸ ਦੇ ਵਿੱਚ, ਹੌਸਪੀਟਲਸ ਦੇ ਵਿੱਚ ਥਰਮੋਮੀਟਰ ਯੂਜ਼ ਹੁੰਦਾ ਉਹ ਹੁੰਦਾ ਹੈ ਕਲੀਨਿਕਲ ਥਰਮੋਮੀਟਰ, ਰਾਈਟ। ਨਾਓ ਨੈਕਸਟ ਟ੍ਰਾਂਸਫਰ ਆਫ ਹੀਟ। ਹੁਣ ਹੀਟ ਜਿਹੜੀ ਆ ਉਹ ਇੱਕ ਆਬਜੈਕਟ ਤੋਂ ਦੂਸਰੇ ਆਬਜੈਕਟ ਦਾ ਜਾਂ ਸੇਮ ਆਬਜੈਕਟ ਦੇ ਵਿੱਚ ਟ੍ਰਾਂਸਫਰ ਹੁੰਦੀ ਹੈ। ਓਕੇ, ਹੁਣ ਟ੍ਰਾਂਸਫਰ ਆਫ ਹੀਟ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਹਾਂ? ਫਸਟ ਵਨ ਇਜ਼ ਕੰਡਕਸ਼ਨ। ਕੰਡਕਸ਼ਨ ਕੀ ਹੁੰਦਾ ਹੈ? ਹੁਣ ਇਹ ਉਹ ਪ੍ਰੋਸੈਸ ਹੈ ਜਿਸ ਦੇ ਦੁਆਰਾ ਹੀਟ ਜਿਹੜੀ ਆ process by which heat is transferred from the hotter end to the colder। ਹੁਣ ਫੋਰ ਐਗਜ਼ਾਮਪਲ ਕੰਡਕਸ਼ਨ ਕੀ ਹੁੰਦਾ? ਜਿਸ ਤਰ੍ਹਾਂ ਇੱਕ ਸਪੋਜ਼ ਕਰੋ ਇੱਕ ਆਪਾਂ ਬਰਤਨ ਹੈ, ਠੀਕ ਹੈ, ਗੈਸ 'ਤੇ ਰੱਖਿਆ, ਸਭ ਤੋਂ ਪਹਿਲਾਂ ਉਹਦਾ ਇੱਕ ਪਾਰਟ ਗਰਮ ਹੋਊਗਾ, ਫਿਰ ਉਸ ਤੋਂ ਜਿਹੜੀ ਹੀਟ ਆ ਉਹ ਟ੍ਰਾਂਸਫਰ ਹੋ ਕੇ ਬਾਕੀ ਸਾਰੇ ਬਰਤਨ ਦੇ ਵਿੱਚ ਜਾਏਗੀ, ਠੀਕ ਹੈ। ਇਸ ਪ੍ਰੋਸੈਸ ਨੂੰ ਕੀ ਕਹਿੰਦੇ? ਕੰਡਕਸ਼ਨ। ਓਕੇ, ਮਤਲਬ ਜਿਹੜਾ ਪਾਰਟ ਆਬਜੈਕਟ ਦਾ ਹੌਟ ਹੋ ਚੁੱਕਾ ਹੈ ਉਸ ਤੋਂ ਹੀਟ ਟ੍ਰਾਂਸਫਰ ਹੋਣੀ ਆ ਬਾਕੀ ਸਾਰੇ ਪਾਰਟਸ ਨੂੰ। ਓਕੇ, ਨਾਓ ਨੈਕਸਟ ਵਨ ਇਜ਼ ਕੰਡਕਟਰਸ। ਕੰਡਕਟਰਸ ਕੀ ਹੁੰਦੇ ਆ? ਇਹ ਉਹ ਮਟੀਰੀਅਲ ਹੁੰਦੇ ਆ ਜਿਹੜੇ ਕਿ ਇਲੈਕਟ੍ਰੀਸਿਟੀ ਨੂੰ ਆਪਣੇ ਆਪ ਵਿੱਚ ਈਜ਼ਲੀ ਫਲੋ ਹੋਣ ਦੇ ਦਿੰਦੇ ਆ, ਠੀਕ ਹੈ। ਦ ਮਟੀਰੀਅਲਸ ਵਿਚ ਅਲਾਓ ਹੀਟ ਟੂ ਪਾਸ ਥਰੂ ਦੈਮ ਈਜ਼ਲੀ ਆਰ ਕਾਲਡ ਕੰਡਕਟਰਸ। ਫੋਰ ਐਗਜ਼ਾਮਪਲ ਕਾਪਰ, ਆਇਰਨ। ਹੁਣ ਕਾਪਰ ਅਤੇ ਆਇਰਨ ਜਿਹੜੇ ਹੈ ਉਹ ਐਜ਼ ਅ ਕੰਡਕਟਰ ਐਕਟ ਕਰਦੇ। ਹੁਣ ਇੰਸੂਲੇਟਰਸ, ਦ ਮਟੀਰੀਅਲਸ ਵਿਚ ਡੂ ਨਾਟ ਅਲਾਓ ਹੀਟ ਟੂ ਪਾਸ ਥਰੂ ਦੈਮ ਈਜ਼ਲੀ ਔਰ ਇੰਸੂਲੇਟਰਸ। ਇੰਸੂਲੇਟਰਸ ਉਹ ਮਟੀਰੀਅਲ ਹੁੰਦਾ ਹੈ ਜਿਨ੍ਹਾਂ ਵਿੱਚ ਦੀ ਇਲੈਕਟ੍ਰੀਸਿਟੀ, ਹੀਟ ਔਰ ਕਰੰਟ ਈਜ਼ੀਲੀ ਪਾਸ ਨਹੀਂ ਹੁੰਦਾ। ਫੋਰ ਐਗਜ਼ਾਮਪਲ ਪਲਾਸਟਿਕ ਐਂਡ ਵੁੱਡ। ਲੱਕੜ ਦੇ ਵਿੱਚ ਅਤੇ ਪਲਾਸਟਿਕ ਦੇ ਵਿੱਚ ਈਜ਼ਲੀ ਹੀਟ ਟ੍ਰਾਂਸਫਰ ਨਹੀਂ ਹੁੰਦੀ। ਓਕੇ, ਨਾਓ ਨੈਕਸਟ ਇਜ਼ ਕਨਵੈਕਸ਼ਨ। What is convection? Transfer of heat by circulation of movement of heated particles of liquid or gas। ਹੁਣ ਆਪਾਂ ਇਸ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ ਕਨਵੈਕਸ਼ਨ ਨੂੰ? ਫੋਰ ਐਗਜ਼ਾਮਪਲ ਆਪਣੇ ਕੋਲ ਇੱਕ ਬਰਤਨ ਹੈ, ਆਪਾਂ ਉਹਦੇ ਵਿੱਚ ਪਾਣੀ ਗਰਮ ਕਰ ਰਹੇ ਹਾਂ, ਠੀਕ ਹੈ। ਹੁਣ ਆਪਾਂ ਦੇਖਿਆ ਹੋਣਾ ਜਦੋਂ ਆਪਾਂ ਚਾਹ ਵੀ ਬਣਾਉਂਦੇ ਹਾਂ ਤਾਂ ਜਦੋਂ ਪਾਣੀ ਗਰਮ ਹੁੰਦਾ ਸਭ ਤੋਂ ਪਹਿਲਾਂ ਪਾਣੀ ਲਿਕੁਇਡ ਹੀ ਹੈ, ਸਭ ਤੋਂ ਪਹਿਲਾਂ ਨੀਚੇ ਵਾਲੀ ਲੇਅਰ ਹੈ ਉਹ ਗਰਮ ਹੋ ਕੇ ਆਪਾਂ ਪਾਣੀ ਦੇ ਵਿੱਚ ਬੁਲਬੁਲੇ ਦੇਖੇ ਹੋਣੇ ਆ ਉੱਪਰ ਨੂੰ ਆਉਂਦੇ, ਜਿਹੜਾ ਨੀਚੇ ਵਾਲਾ ਹਿੱਸਾ ਹੈ ਉਹ ਗਰਮ ਹੋ ਕੇ ਉੱਪਰ ਨੂੰ ਆਉਂਦਾ ਐਂਡ ਉੱਪਰ ਵਾਲਾ ਨੀਚੇ ਨੂੰ ਜਾਂਦਾ ਹੈ, ਠੀਕ ਹੈ। ਇਸ ਤਰ੍ਹਾਂ ਇੱਕ ਸਰਕੂਲੇਸ਼ਨ ਜਾਂ ਮੂਵਮੈਂਟ ਹੁੰਦੀ ਹੈ। ਓਕੇ, ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਕਨਵੈਕਸ਼ਨ। ਨਾਓ ਨੈਕਸਟ ਰੇਡੀਏਸ਼ਨ। ਰੇਡੀਏਸ਼ਨ ਕੀ ਹੁੰਦਾ ਹੈ? ਰੇਡੀਏਸ਼ਨ ਮਤਲਬ ਫਰੋਮ ਦ ਸਨ, ਸੂਰਜ ਦੇ ਦੁਆਰਾ ਜਿਹੜੀ ਹੀਟ ਆਪਣੇ ਤੱਕ ਪਹੁੰਚਦੀ ਆ ਉਹ ਬਾਏ ਰੇਡੀਏਸ਼ਨ ਪ੍ਰੋਸੈਸ ਪਹੁੰਚਦੇ, ਠੀਕ ਹੈ। ਉਸ ਪ੍ਰੋਸੈਸ ਨੂੰ ਕਹਿੰਦੇ ਰੇਡੀਏਸ਼ਨ। Fine. Now next one is sea breeze and land breeze। sea breeze and land breeze ਕੀ ਹੁੰਦੀ ਹੈ? ਹੁਣ ਦੇਖੋ ਜਿਹੜੇ ਸਮੁੰਦਰ ਦੇ
ਨਜ਼ਦੀਕ ਇਲਾਕੇ ਹੁੰਦੇ ਆ ਉਹਨਾਂ ਵਿੱਚ ਕੀ ਹੁੰਦਾ, ਜਿਹੜੀ ਵਾਰਮ ਏਅਰ ਆ, ਗਰਮ ਹਵਾ ਹੁੰਦੀ ਦਿਨ ਦੇ ਟਾਈਮ 'ਤੇ, ਉਹ ਲੈਂਡ ਤੋਂ ਜ਼ਮੀਨ ਵੱਲੋਂ ਸਮੁੰਦਰ ਵੱਲ ਨੂੰ ਜਾਂਦੀ ਹੈ। ਠੀਕ ਹੈ, ਓਕੇ। ਇਹਨੂੰ ਕਿਹਾ ਜਾਂਦਾ ਹੈ ਸੀ ਬਰੀਜ਼। ਜਦੋਂ ਗਰਮ ਹਵਾ ਲੈਂਡ ਤੋਂ ਸਮੁੰਦਰ ਵੱਲ ਨੂੰ ਜਾਂਦੀ ਹੈ ਉਹਨੂੰ ਕਹਿੰਦੇ ਆ ਸੀ ਬਰੀਜ਼। ਹੁਣ ਰਾਤ ਦੇ ਟਾਈਮ 'ਤੇ ਜਿਹੜੀ ਲੈਂਡ ਹੈ, ਜ਼ਮੀਨ ਹੈ, ਉਹ ਠੰਡੀ ਹੋ ਜਾਂਦੀ ਹੈ ਕਿਉਂਕਿ ਧੁੱਪ ਨਹੀਂ ਪੈਂਦੀ। ਫਿਰ ਠੰਡੀ ਹਵਾ ਜਿਹੜੀ ਹੈ ਲੈਂਡ ਤੋਂ ਉਹ ਸਮੁੰਦਰ ਵੱਲ ਨੂੰ ਜਾਂਦੀ ਹੈ, ਉਸਨੂੰ ਕਿਹਾ ਜਾਂਦਾ ਹੈ ਲੈਂਡ ਬਰੀਜ਼। ਓਕੇ, ਇਹ ਹੈ ਸੀ ਬਰੀਜ਼ ਐਂਡ ਲੈਂਡ ਬਰੀਜ਼ ਦਾ ਫਰਕ। ਥੈਂਕ ਯੂ। I hope students some